ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ, ਪ੍ਰਧਾਨਗੀ ਮੰਡਲ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ੍ਹ ਤੋਂ ਹੀ ਹੱਥੀਂ ਕਿਰਤ ਕਰਨੀ ਇਸ ਸੰਬੰਧੀ ਵੱਖ-ਵੱਖ ਧਰਮਾਂ ਵਿੱਚ ਦਿੱਤੇ ਸਿਧਾਂਤ ਵਿਦਵਾਨਾਂ ਪਾਸੋਂ ਸੁਣ ਰਹੇ ਹਾਂ। ਮੇਰੇ ਵਿਚਾਰ ਅਨੁਸਾਰ ਕਿਰਤ ਨੂੰ ਸ਼ੁੱਧਤਾ, ਅਸ਼ੁੱਧਤਾ ਜਾਂ ਊਚ ਨੀਚ ਦੇ ਪੈਮਾਨੇ ਵਿੱਚ ਰੱਖ ਕੇ ਮਾਪਿਆ ਨਹੀਂ ਜਾ ਸਕਦਾ। ਸ਼ੁੱਧਤਾ ਅਸ਼ੁੱਧਤਾ ਉਸ ਮਾਨਸਿਕਤਾ ਵਿੱਚ ਹੋ ਸਕਦੀ ਹੈ ਜੋ ਕਿਰਤ ਲਈ ਕਾਰਜਸ਼ੀਲ ਹੈ। ਕਿਰਤ ਦਾ ਘੇਰਾ ਬਹੁਤ ਵਿਸ਼ਾਲ ਹੈ, ਇਸ ਨੂੰ ਕਿਸੇ ਸੀਮਾ ਵਿੱਚ ਰੱਖ ਕੇ ਨਹੀਂ ਵੇਖਿਆ ਜਾ ਸਕਦਾ। ਕਿਰਤ ਦਾ ਸੰਬੰਧ ਰੋਜ਼ੀ ਨਾਲ ਵੀ ਹੈ, ਸੇਵਾ ਨਾਲ ਵੀ ਅਤੇ ਅਧਿਆਤਮਕ ਰਹੱਸ ਮੰਡਲਾਂ ਵਿੱਚ ਉਡਾਰੀਆਂ ਲਾਉਣ ਨਾਲ ਵੀ। ਇਹ ਗੱਲ ਸदैव ਸਮਿਆਂ ਲਈ ਆਪਣੀ ਮਾਨਸਿਕਤਾ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ ਕਿ ਕਿਰਤ ਦਾ ਮੂਲ ਆਧਾਰ ਹੀ ਪਵਿੱਤਰਤਾ ਹੈ। ਇਸ ਦਾ ਦੁਖਾਂਤਕ ਪਹਿਲੂ ਉਸ ਵੇਲੇ ਸ਼ੁਰੂ ਹੋ ਜਾਂਦਾ ਹੈ ਜਦੋਂ ਕਿਰਤ ਨੂੰ ਬੁੱਧੀ ਨਾਲੋਂ ਤੋੜ ਕੇ ਜਨਮ ਨਾਲ ਜੋੜ ਦਿੱਤਾ ਜਾਂਦਾ ਹੈ। ਭਾਰਤੀ ਭੂਖੰਡ ਵਿੱਚ ਇਸ ਦੇ ਦਿਦਾਰੇ ਆਮ ਕੀਤੇ ਜਾ ਸਕਦੇ ਹਨ। ਭਾਰਤੀ ਫਲਸਫੇ ਵਿੱਚ ਕਿਰਤ ਦਾ ਮੂਲ ਆਧਾਰ ਬੁੱਧੀ ਨਹੀਂ, ਜਨਮ ਸੀ। ਇਸ ਦੇ ਨਾਲ ਹੀ ਲੋਕ ਪਰਲੋਕ ਦਾ ਸੰਕਲਪ ਲੋਕ ਮਾਨਸਿਕਤਾ 'ਤੇ ਇਸ ਤਰ੍ਹਾਂ ਭਾਰੂ ਸੀ ਕਿ ਸਮਾਜਿਕ ਜੀਵਨ ਦਿਨ ਘਟੀ ਸਮਝਿਆ ਜਾਂਦਾ ਸੀ ਅਤੇ ਅਸਲ ਜੀਵਨ ਨੂੰ ਪਾਰ ਸੰਸਾਰ ਦੀ ਗੱਲ। ਪਾਰ ਸੰਸਾਰ ਦੀ ਪ੍ਰਾਪਤੀ ਲਈ ਜਿਸ ਨੈਤਿਕ ਵਿਧੀ ਵਿਧਾਨ ਦੀ ਘਾੜਤ ਘੜੀ ਗਈ ਸੀ, ਉਸ ਦਾ ਮੂਲ ਆਧਾਰ ਵੀ ਅਨੈਤਿਕ ਹੀ ਸੀ। ਉਦਾਹਰਨ ਲਈ, ਇੱਕ ਸਮਾਜ ਵਿੱਚ ਰਹਿੰਦੇ ਹੋਏ ਬ੍ਰਾਹਮਣ ਦੀ ਨੈਤਿਕਤਾ ਖੱਤਰੀ ਦੀ ਨੈਤਿਕਤਾ ਤੋਂ, ਖੱਤਰੀ ਦੀ ਵੈਸ਼ ਤੋਂ, ਵੈਸ਼ ਦੀ ਨੈਤਿਕਤਾ ਸ਼ੂਦਰ ਦੀ ਨੈਤਿਕਤਾ ਤੋਂ ਭਿੰਨ ਸੀ। ਸਮਾਜ ਦਾ ਮੂਲ ਆਧਾਰ ਹੀ ਸ਼ੋਸ਼ਣ ਸੀ। ਕਿਰਤ ਦੀ ਪਵਿੱਤਰਤਾ ਖੰਭ ਲਾ ਕੇ ਉੱਡ ਗਈ ਸੀ। ਕਿਰਤ ਨੂੰ ਬੰਧਨ ਯੁਕਤ ਕਰ ਦਿੱਤਾ ਗਿਆ ਸੀ। ਵੈਸ਼ ਅਤੇ ਸ਼ੂਦਰ ਇਸ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਸਨ। ਸ਼ੋਸ਼ਣ ਦਾ ਬੋਲਬਾਲਾ ਸੀ ਅਤੇ ਬ੍ਰਾਹਮਣ ਵਰਗ ਦੀ ਪ੍ਰਧਾਨਗੀ ਕੁਲੀਨ ਵਰਗ ਬ੍ਰਾਹਮਣ ਵਰਗ ਦੀ ਪਿੱਠ 'ਤੇ ਸੀ। ਇਸੇ ਨੂੰ ਹੀ ਧਰਮ ਅਤੇ ਰਾਜ ਦਾ ਅਪਵਿੱਤਰ ਗੱਠਜੋੜ ਪ੍ਰਵਾਨ ਕੀਤਾ ਜਾਂਦਾ ਹੈ। ਪਰ ਸਿੱਖ ਧਰਮ ਨੂੰ ਇਹ ਸ਼ੋਸ਼ਣ ਕਦਾਚਿਤ ਮਨਜ਼ੂਰ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਐਲਾਨ ਇੱਕ ਓਅੰਕਾਰ ਹੀ ਅਸਲ ਵਿੱਚ ਮਨੁੱਖ ਦੀ ਮੁਕਤੀ ਦਾ ਧਰੋਹਰ ਹੋ ਨਿਬੜਿਆ, ਕਿਉਂਕਿ ਇੱਕ ਓਂਕਾਰ ਦਾ ਇਹ ਪਵਿੱਤਰ ਸੰਕਲਪ ਕੇਵਲ ਪਰਮਾਤਮਾ ਦੀ ਵਿਆਖਿਆ ਤੱਕ ਹੀ ਸੀਮਤ ਨਹੀਂ ਸੀ, ਸਗੋਂ ਸਮਾਜਿਕ ਅਰਥ ਵੀ ਨਿਰਧਾਰਤ ਕਰਦਾ ਹੈ ਕਿ ਰੱਬ ਇੱਕ, ਮਨੁੱਖ ਇੱਕ ਅਤੇ ਸਮਾਜ ਇੱਕ। ਸਿੱਖੀ ਦਾ ਇਹ ਮੂਲ ਆਧਾਰ ਹੀ ਅਸਲ ਵਿੱਚ ਕਿਰਤ ਨੂੰ ਆਧੁਨਿਕ ਅਰਥ ਪ੍ਰਦਾਨ ਕਰਦਾ ਹੈ। ਗੁਰਬਾਣੀ ਸੰਸਾਰਕ ਧੰਦਿਆਂ ਤੋਂ ਮੁਕਤ ਹੋ ਕੇ ਜੰਗਲਾਂ ਵਿੱਚ ਜਾ ਕੇ ਸੰਨਿਆਸ ਧਾਰਨ ਕਰਕੇ ਵਾਹਿਗੁਰੂ ਦੀ ਆਰਾਧਨਾ ਨੂੰ ਬਿਲਕੁਲ ਸਵੀਕਾਰ ਨਹੀਂ ਕਰਦੀ। ਗੁਰੂ ਸਾਹਿਬਾਨ ਨੇ ਸਚਾਰ ਦੀ ਜ਼ਿੰਦਗੀ ਜਿਉਣ ਦਾ ਉਪਦੇਸ਼ ਦਿੱਤਾ ਅਤੇ ਸਿੱਖ ਧਰਮ ਵਿੱਚ ਕਿਰਤ ਕਰਨ, ਵੰਡ ਛਕਣ ਨੂੰ ਹੀ ਜ਼ਿੰਦਗੀ ਦਾ ਮੂਲ ਆਧਾਰ ਬਣਾਇਆ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦੀ ਸੁੱਚੀ ਕਿਰਤ ਨੂੰ ਸਵੀਕਾਰਿਆ, ਮਲਕ ਭਾਗੋ ਦੀ ਬੇਈਮਾਨੀ ਆਧਾਰਿਤ ਕਿਰਤ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਸਿੱਖ ਧਰਮ ਵਿੱਚ ਕਿਰਤ ਨੂੰ ਉੱਚਤਮ ਆਧਾਰ ਪ੍ਰਾਪਤ ਹਨ, ਜਿਨ੍ਹਾਂ ਦਾ ਅਮਲੀ ਪ੍ਰਤੀਪਾਦਨ ਖੁਦ ਗੁਰੂ ਸਾਹਿਬ ਨੇ ਆਪਣੇ ਹੱਥੀਂ ਕੀਤਾ। ਭਾਈ ਲਹਿਣਾ ਦੀ ਪਰਖ ਕਿਰਤ ਆਧਾਰਿਤ ਹੀ ਤਾਂ ਹੈ। ਗੁਰਮਤਿ ਵਿੱਚ ਕਿਰਤ ਦਾ ਕੇਵਲ ਸਿਧਾਂਤਕ ਪ੍ਰਚਾਰ ਹੀ ਨਹੀਂ ਹੋਇਆ, ਸਗੋਂ ਇਸ ਨੂੰ ਪੂਰੀ ਤਨਦੇਹੀ ਨਾਲ ਵੀ ਅਪਣਾਇਆ ਗਿਆ। ਗੁਰੂ ਸਾਹਿਬਾਨ, ਗੁਰੂ ਇਤਿਹਾਸ ਵਿੱਚ ਆਪਾਂ ਦੇਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਭ ਗੁਰੂ ਸਾਹਿਬਾਨ ਨੇ ਆਪਣਾ ਹੱਥੀਂ ਕਿਰਤ ਕੀਤੀ। ਗੁਰੂ ਸਾਹਿਬਾਨ ਤੋਂ ਪਹਿਲਾਂ ਭਗਤੀ ਲਹਿਰ ਵਿੱਚੋਂ ਸਾਰੇ ਭਗਤ ਕਿਰਤੀ ਸਨ। ਭਗਤ ਨਾਮਦੇਵ ਜੀ, ਭਗਤ ਕਬੀਰ, ਭਗਤ ਰਵਿਦਾਸ, ਇਸੇ ਤਰ੍ਹਾਂ ਭਗਤ ਨਾਈ, ਭਗਤ ਧੰਨਾ ਜੱਟ, ਇਹ ਸਾਰੇ ਆਪਣੇ ਹੱਥੀਂ ਕਿਰਤ ਕਰਕੇ ਆਪਣੇ ਆਪਣੇ ਪਰਿਵਾਰ ਦਾ ਪਾਲਣ ਕਰਦੇ ਸਨ। ਇਹਨਾਂ ਦੇ ਮਨ ਅੰਦਰ ਆਪਣੇ ਹੱਥੀਂ ਕੀਤੀ ਕਿਰਤ ਲਈ ਕੋਈ ਹੀਣ ਭਾਵਨਾ ਨਹੀਂ ਸੀ। ਇਹਨਾਂ ਨੇ ਆਪਣੇ ਜੀਵਨ ਰਾਹੀਂ ਕਿਰਤ ਅਤੇ ਭਗਤੀ ਦਾ ਸੰਗਮ ਕਰਨਾ ਸਿਖਾਇਆ। ਗੁਰਮਤਿ ਅਨੁਸਾਰ ਧਰਮ ਦੀ ਕਮਾਈ ਹੀ ਸਥਾਈ ਪੂੰਜੀ ਹੁੰਦੀ ਹੈ। ਇਸ ਦੇ ਨਾਲ ਨਾਲ ਨਿੱਜ ਤੋਂ ਉੱਚਾ ਉੱਠ ਕੇ ਸੰਸਾਰਿਕ ਅਤੇ ਸਮਾਜਿਕ ਭਲਾਈ ਉੱਤੇ ਜ਼ੋਰ ਦਿੱਤਾ, ਜਿਸ ਨਾਲ ਉਸ ਨੂੰ ਗ੍ਰਹਿਸਥ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਿਆਂ ਗੁਰੂ ਦੇ ਹੁਕਮ ਅਨੁਸਾਰ ਕਿਰਤ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਵੀ ਕਰਦੇ ਰਹਿਣਾ ਚਾਹੀਦਾ ਹੈ। ਕਿਰਤ ਕਰਨ ਨਾਲ ਸਿਹਤ ਦੀ, ਸਤਿਕਾਰ ਅਤੇ ਚਰਿੱਤਰ ਦੀ ਉਸਾਰੀ ਹੁੰਦੀ ਹੈ। ਕਿਰਤ ਦੇ ਨਾਲ ਨਾਲ ਗੁਰੂ ਉਪਦੇਸ਼ ਹੈ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਕਾਰਜ ਕਾਮ ਬਾਟ ਘਾਟ ਜਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਗੁਰੂ ਸਾਹਿਬ ਦਾ ਗੁਰਮਤਿ ਦੇ 3 ਸਿਧਾਂਤਾਂ ਦਾ ਨਾਮ ਜਪਣਾ, ਕਿਰਤ ਕਰਨਾ ਅਤੇ ਵੰਡ ਛਕਣਾ ਵਿੱਚੋਂ ਕਿਰਤ ਕਰਨ ਦਾ ਮੁੱਖ ਮਕਸਦ ਅਮੀਰੀ ਅਤੇ ਗਰੀਬੀ ਵਿਚਾਲੇ ਪਾੜੇ ਨੂੰ ਖਤਮ ਕਰਨਾ ਹੈ। ਉਹਨਾਂ ਨੇ ਉਪਦੇਸ਼ ਦਿੱਤਾ ਕਿ ਜਿਸ ਨੇ ਵੀ ਨਾਮ ਸਿਮਰਨ ਕਰਕੇ ਜਾਂ ਭਗਤੀ ਕਰਕੇ ਆਪਣਾ ਜਨਮ ਸਫਲਾ ਕਰਨਾ ਹੈ, ਉਹ ਆਪਣੇ ਹੱਥੀਂ ਕਿਰਤ ਕਰੇ ਤਾਂ ਹੀ ਉਸ ਦੀ ਉਪਾਸਨਾ ਪਰਮਾਤਮਾ ਕਬੂਲ ਕਰੇਗਾ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਹੱਕ, ਸੱਚ ਅਤੇ ਨਿਆਂ ਉੱਤੇ ਆਧਾਰਿਤ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ। ਉਹਨਾਂ ਨੇ ਭੁੱਖਿਆਂ ਰਹਿ ਕੇ ਭਗਤੀ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਉੱਚ ਸ਼੍ਰੇਣੀ ਦੀਆਂ ਬੁਰਾਈਆਂ ਨੂੰ ਪੇਸ਼ ਕਰਕੇ ਮਜ਼ਦੂਰ ਕਿਸਾਨ ਨਾਲ ਹਮਦਰਦੀ ਪ੍ਰਗਟਾਈ। ਇਸ ਦੇ ਨਾਲ ਨਾਲ ਉਹਨਾਂ ਨੇ ਖੇਤੀ ਦੇ ਧੰਦੇ ਨੂੰ ਵੀ ਗੁਰਮਤਿ ਅਨੁਸਾਰ ਅਧਿਆਤਮਕ ਰੰਗ ਦਿੱਤਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਕਰ ਭਾਗਠ ਦੇਖ। ਗੁਰਮਤਿ ਨੇ ਮਨੁੱਖ ਨੂੰ ਇੱਕੋ ਸਮੇਂ 4 ਵਰਨਾਂ ਦਾ ਧਾਰਨੀ ਬਣਾ ਦਿੱਤਾ। ਜਿਵੇਂ ਗੁਰਬਾਣੀ ਪੜ੍ਹਦੇ ਆ ਉਹ ਬ੍ਰਾਹਮਣ ਹੋ ਗਿਆ, ਦੁਸ਼ਮਣ ਦਾ ਮੁਕਾਬਲਾ ਕਰਦੇ ਆ ਖੱਤਰੀ, ਵਣਜ ਵਪਾਰ ਕਰਦੇ ਆ ਵੈਸ਼ ਅਤੇ ਕਿਰਤ ਕਰਦੇ ਆ ਉਹ ਸ਼ੂਦਰ ਬਣ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਰੇ ਭੇਦਭਾਵ ਮਿਟਾ ਕੇ ਸਰਬ ਸਾਂਝੇ ਧਰਮ ਦੀ ਸਥਾਪਨਾ ਕੀਤੀ ਅਤੇ ਸਭ ਦਾ ਬਰਾਬਰ ਸਤਿਕਾਰ ਕਰਨ ਲਈ ਉਪਦੇਸ਼ ਦਿੱਤਾ। ਪਰ ਅੱਜ ਲੋੜ ਹੈ ਬਾਣੀ ਪੜ੍ਹਨ ਸੁਣਨ ਦੇ ਨਾਲ ਨਾਲ ਬਾਣੀ ਵਿੱਚ ਦਿੱਤੇ ਸਿਧਾਂਤਾਂ ਨੂੰ ਆਪਣੇ ਅਮਲੀ ਜ਼ਿੰਦਗੀ ਵਿੱਚ ਢਾਲਣ ਦੀ। ਧੰਨਵਾਦ।